ਦੋਸਤੋ, ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕੌਮੀ ਪੰਚਾਇਤੀ ਰਾਜ ਦਿਵਸ ਅਤੇ ਪਿੰਡਾਂ ਦੀ ਤਰੱਕੀ ਬਾਰੇ। ਦੋਸਤੋ, ਅੱਜ 24 ਅਪ੍ਰੈਲ ਦਾ ਦਿਹਾੜਾ ਬਹੁਤ ਹੀ ਮਹੱਤਵਪੂਰਨ ਦਿਹਾੜਾ ਮੰਨਿਆ ਜਾਂਦਾ ਹੈ, ਕਿਉਂਕਿ ਇਸ ਦਿਨ ਨੂੰ ਜਿਹੜਾ ਹੈਗਾ ਕੌਮੀ ਪੰਚਾਇਤੀ ਰਾਜ ਦਿਵਸ ਵਜੋਂ ਮਨਾਇਆ ਜਾਂਦਾ ਹੈ। ਤੇ ਅੱਜ ਦੇਸ਼ ਭਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਿਹੜਾ ਪੰਚਾਇਤਾਂ ਵੱਲੋਂ ਸਮਾਗਮ ਉਲੀਕੇ ਗਏ। ਕਈ ਥਾਵਾਂ ਤੇ ਪੰਚਾਇਤਾਂ ਵੱਲੋਂ ਜਿਹੜਾ ਹੈਗਾ ਸਨਮਾਨ ਸਮਾਰੋਹ ਵੀ ਰੱਖੇ ਗਏ ਨੇ। ਕਈਆਂ ਵੱਲੋਂ ਵੱਖੋ ਵੱਖਰੇ ਢੰਗ ਨਾਲ ਜਿਹੜਾ ਹੈ ਇਸ ਦਿਹਾੜੇ ਨੂੰ ਅੱਜ ਮਨਾਇਆ ਗਿਆ। ਤੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਵੀ ਜਿਹੜਾ ਹੈਗਾ ਕੌਮੀ ਪੰਚਾਇਤੀ ਰਾਜ ਦਿਵਸ ਦੇ ਮੌਕੇ ਜਿਹੜਾ ਰੀਵਾ ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਹੋਇਆ ਸੀ, ਉੱਥੇ ਪਹੁੰਚੇ ਤੇ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਦੋਸਤੋ, ਉਹਨਾਂ ਨੇ ਕੀ ਸੰਬੋਧਨ ਕੀਤਾ, ਕੀ ਗੱਲਬਾਤ ਕੀਤੀ, ਉਸ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਕਿ ਕੌਮੀ ਪੰਚਾਇਤੀ ਰਾਜ ਦਿਵਸ ਕੀ ਹੈ, ਇਹ ਕਿਉਂ ਮਨਾਇਆ ਜਾਂਦਾ, ਇਸ ਦੇ ਪਿੱਛੇ ਕੀ ਕਾਰਨ ਨੇ। ਤਾਂ ਤੁਹਾਨੂੰ ਦੱਸੀਏ, ਕੌਮੀ ਪੰਚਾਇਤੀ ਰਾਜ ਦਿਵਸ ਜਿਹੜਾ ਹੈਗਾ ਭਾਰਤ ਦੇਸ਼ ਦੇ ਵਿੱਚ ਸਾਲ 2010 ਤੋਂ ਜਿਹੜਾ ਹੈਗਾ ਮਨਾਇਆ ਜਾਂਦਾ ਹੈ। ਉਦੋਂ ਸਾਡੇ ਤਤਕਾਲੀ ਜਿਹੜੇ ਪ੍ਰਧਾਨ ਮੰਤਰੀ ਸੀ ਸ਼੍ਰੀ ਮਨਮੋਹਨ ਸਿੰਘ ਜੀ, ਉਹਨਾਂ ਨੇ ਇਸ ਦਿਹਾੜੇ ਨੂੰ ਮਨਾਉਣ ਦਾ ਐਲਾਨ ਕੀਤਾ ਸੀ। ਤੇ ਇਹ ਦਿਹਾੜਾ ਮੁੱਖ ਤੌਰ ਤੇ ਸਾਲ 1992 ਵਿੱਚ ਜਿਹੜੀ ਸੰਵਿਧਾਨ ਦੀ 73ਵੀਂ ਸੋਧ ਹੋਈ ਸੀ ਉਸ ਨੂੰ ਲੈ ਕੇ ਮਨਾਇਆ ਜਾਂਦਾ, ਕਿਉਂਕਿ ਉਸ 73ਵੀਂ ਸੋਧ ਦੇ ਵਿੱਚ ਪੰਚਾਇਤੀ ਰਾਜ ਨੂੰ, ਗ੍ਰਾਮ ਸਭਾਵਾਂ ਨੂੰ, ਹੋਰ ਇਸ ਤਰ੍ਹਾਂ ਪਿੰਡਾਂ ਦੀ ਤਰੱਕੀ ਨੂੰ ਲੈ ਕੇ ਜਿਹੜਾ ਕਈ ਮਹੱਤਵਪੂਰਨ, ਕਈ ਅਹਿਮ ਜਿਹੜੇ ਨੇ ਫੈਸਲੇ ਲਏ ਗਏ ਸੀਗੇ, ਕਈ ਗੱਲਾਂ ਕਰੀਆਂ ਗਈਆਂ ਸੀ। ਤੇ ਉਸ ਨੂੰ ਮੁੱਖ ਰੱਖਦੇ ਜਿਹੜਾ ਹੈਗਾ 24 ਅਪ੍ਰੈਲ ਦਾ ਦਿਹਾੜਾ ਜਿਹੜਾ ਸਾਲ 2010 ਤੋਂ ਭਾਰਤ ਦੇ ਵਿੱਚ ਕੌਮੀ ਪੰਚਾਇਤੀ ਰਾਜ ਦਿਵਸ ਵਜੋਂ ਮਨਾਇਆ ਜਾਂਦਾ। ਤੇ ਅੱਜ ਉਸੇ ਦੇ ਜਿਹੜਾ ਮੌਕੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਰੀਵਾ ਦੇ ਵਿੱਚ ਇੱਕ ਪ੍ਰੋਗਰਾਮ 'ਚ ਸੰਬੋਧਨ ਕੀਤਾ। ਉੱਥੇ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਜ਼ੋਰ ਸ਼ੋਰ ਨਾਲ ਨਿਸ਼ਾਨਾ ਲਾਇਆ, ਕਿਉਂਕਿ ਉਹਨਾਂ ਨੇ ਕਿਹਾ ਵੀ ਕਿ ਦੇਸ਼ ਦੇ ਵਿੱਚ ਜਿਹੜਾ ਹੈ ਕਾਂਗਰਸ ਪਾਰਟੀ ਨੇ ਪਿੰਡਾਂ ਨੂੰ ਬਿਲਕੁਲ ਹੀ ਨਜ਼ਰਅੰਦਾਜ਼ ਕਰਕੇ ਰੱਖਿਆ, ਪਿੰਡਾਂ ਨੂੰ ਅਣਗੌਲਿਆ ਕਰਕੇ ਰੱਖਿਆ। ਉਸੇ ਕਰਕੇ ਕਾਂਗਰਸ ਰਾਜ ਦੇ ਵਿੱਚ ਪਿੰਡਾਂ ਦਾ ਵਿਕਾਸ ਨਹੀਂ ਹੋ ਸਕਿਆ, ਪਿੰਡਾਂ ਦੀ ਤਰੱਕੀ ਨਹੀਂ ਹੋ ਸਕੀ। ਪਰ ਜਿਸ ਦਿਨ ਤੋਂ ਦੇਸ਼ ਦੇ ਵਿੱਚ ਭਾਜਪਾ ਆਈ ਹੈ, ਸਾਲ 2014 ਤੋਂ ਆਈ ਹੈ, ਤਾਂ ਉਹਨਾਂ ਨੇ 2014 ਦਾ ਜ਼ਿਕਰ ਕਰਿਆ ਵੀ ਕਿ 2014 ਤੋਂ ਬਾਅਦ ਦੇਸ਼ ਦੇ ਪਿੰਡਾਂ ਦੀ ਹਾਲਤ ਜਿਹੜੀ ਹੈਗੀ ਬਹੁਤ ਸੁਧਰੀ ਹੈ। ਪਿੰਡਾਂ ਬਹੁਤ ਵੱਡੇ ਪੱਧਰ 'ਤੇ ਤਰੱਕੀ ਕੀਤੀ ਹੈ, ਉਹਨਾਂ ਦਾ ਵਿਕਾਸ ਹੋਇਆ। ਇਸ ਗੱਲ ਨੂੰ ਜ਼ੋਰ ਸ਼ੋਰ ਨਾਲ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਅੱਜ ਪ੍ਰਚਾਰਿਆ ਗਿਆ। ਤੇ ਇਸ ਦੇ ਨਾਲ ਹੀ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਨਿਸ਼ਾਨੇ 'ਤੇ ਰੱਖਦਿਆਂ ਕਿਹਾ ਵੀ ਕਿ ਕਾਂਗਰਸ ਨੇ ਪਿੰਡਾਂ ਦੇ ਨਾਮ 'ਤੇ ਸਿਰਫ ਰਾਜਨੀਤੀ ਤਾਂ ਕੀਤੀ ਹੈ, ਉੱਥੇ ਲੋਕਾਂ ਦੇ ਵਿੱਚ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਉਹਨਾਂ ਨੂੰ ਰਾਜਨੀਤਿਕ ਤੌਰ 'ਤੇ ਲਾਭ ਮਿਲ ਸਕੇ। ਪਰ ਪਿੰਡਾਂ ਨੂੰ ਕਦੀ ਵੀ ਵੋਟ ਬੈਂਕ ਵਜੋਂ ਨਹੀਂ ਦੇਖਿਆ, ਕਦੀ ਉੱਥੇ ਦੇ ਲੋਕਾਂ ਦੇ ਬਾਰੇ ਨਹੀਂ ਸੋਚਿਆ। ਇਹਨਾਂ ਸਾਰੀਆਂ ਗੱਲਾਂ ਦਾ ਜ਼ਿਕਰ ਅੱਜ ਪ੍ਰਧਾਨ ਮੰਤਰੀ ਨੇ ਕੀਤਾ। ਤੇ ਅੱਜ ਨਾਲ ਹੀ ਉਹਨਾਂ ਨੇ ਦੱਸਿਆ ਵੀ ਕਿ ਕਿਵੇਂ ਭਾਜਪਾ ਸਰਕਾਰ ਦੇ ਸਮੇਂ ਜਨਧਨ ਯੋਜਨਾ ਅਧੀਨ ਦੇਸ਼ ਭਰ ਦੇ ਵਿੱਚ 40 ਕਰੋੜ ਦੇ ਕਰੀਬ ਬੈਂਕ ਖਾਤੇ ਪਿੰਡਾਂ ਦੇ ਲੋਕਾਂ ਦੇ ਖੋਲ੍ਹੇ ਗਏ ਨੇ। ਉਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਲਈ ਜਿਹੜਾ ਹੈਗਾ ਹੋਰ ਵੀ ਕਈ ਕੰਮ ਕੀਤੇ ਜਾਂਦੇ ਨੇ, ਜਿਵੇਂ ਪੰਚਾਇਤੀ ਰਾਜ ਨੂੰ ਜਿਹੜਾ ਹੈਗਾ ਸਮਾਰਟ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੋਰ ਵੀ ਕਈ ਤਰ੍ਹਾਂ ਦੇ ਕੰਮ ਅੱਜ ਉਹਨਾਂ ਨੇ ਗਿਣਵਾਏ ਨੇ। ਪਰ ਦੋਸਤੋ, ਬੜੀ ਹੈਰਾਨੀ ਵਾਲੀ ਗੱਲ ਹੁੰਦੀ ਹੈ ਜਦੋਂ ਇੱਕ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਇਹੋ ਜਿਹੀਆਂ ਗੱਲਾਂ ਕਰਨ ਵੀ ਕਿ ਜੋ ਕੀਤਾ ਅਸੀਂ ਕੀਤਾ, ਸਾਡੀ ਸਰਕਾਰ ਨੇ ਆਉਣ ਤੋਂ ਬਾਅਦ ਕੀਤਾ, ਵੀ ਕਿ ਉਸ ਤੋਂ ਪਿਛਲੀਆਂ ਸਰਕਾਰਾਂ ਨੇ ਕਦੇ ਵੀ ਕੁਝ ਨਹੀਂ ਕੀਤਾ, ਪਿੰਡਾਂ ਨੂੰ ਬਿਲਕੁਲ ਹੀ ਨਜ਼ਰਅੰਦਾਜ਼ ਕਰਕੇ ਰੱਖਿਆ। ਇਹ ਗੱਲ ਬਿਲਕੁਲ ਹੀ ਹਜਮ ਹੋਣ ਵਾਲੀ ਨਹੀਂ ਹੁੰਦੀ, ਕਿਉਂਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਇਹ ਭੁੱਲ ਰਹੇ ਨੇ ਵੀ ਕਿ ਉਹ 2014 ਤੋਂ ਬਾਅਦ ਦੀ ਗੱਲ ਦਾ ਜ਼ਿਕਰ ਕਰ ਰਹੇ ਨੇ, ਵੀ ਕਿ 2014 ਤੋਂ ਬਾਅਦ ਜੋ ਤਰੱਕੀ ਪਿੰਡਾਂ ਦੀ ਹੋਈ ਹੈ ਉਸ ਤੋਂ ਪਹਿਲਾਂ ਨਹੀਂ ਹੋ ਸਕੀ। ਭਾਵੇਂ ਨਾਮ ਉਹ ਕਾਂਗਰਸ ਦਾ ਲੈ ਰਹੇ ਨੇ, ਪਰ ਉਹ ਵਿਕਾਸ ਲਈ ਜਿਹੜਾ ਸਮਾਂ ਦੱਸ ਰਹੇ ਨੇ ਉਹ ਸਾਲ 2014 ਦਾ ਦੱਸ ਰਹੇ ਨੇ। ਕਿਉਂਕਿ ਭਾਜਪਾ ਸਰਕਾਰ ਦੇ ਸਮੇਂ ਕੀ 2014 ਤੋਂ ਪਹਿਲਾਂ ਦੇਸ਼ ਦੇ ਵਿੱਚ ਭਾਜਪਾ ਦੀ ਜਾਂ ਭਾਜਪਾ ਗਠਜੋੜ ਦੀ ਸਰਕਾਰਾਂ ਨਹੀਂ ਰਹੀਆਂ? ਇਹ ਸਭ ਤੋਂ ਵੱਡਾ ਸਵਾਲ ਜਿਹੜਾ ਉੱਠਦਾ ਹੈ, ਖੜਾ ਹੁੰਦਾ ਹੈ ਵੀ ਕਿ ਉਸ ਸਮੇਂ ਪਿੰਡਾਂ ਦਾ, ਦੇਸ਼ ਦਾ ਤਰੱਕੀ ਨਹੀਂ ਹੋ ਸਕੀ, ਇਹਨਾਂ ਦੀ ਵਿਕਾਸ ਲਈ ਕੋਈ ਫੈਸਲੇ ਨਹੀਂ ਲਏ ਜਾ ਸਕੇ। ਇਹ ਬਹੁਤ ਵੱਡਾ ਸਵਾਲ ਹੈ ਜੋ ਕਿ ਖੜਾ ਹੁੰਦਾ ਹੈ। ਪਰ ਜੇ ਅਸੀਂ ਇਸ ਤੋਂ ਪਿਛੋਕੜ 'ਤੇ ਨਜ਼ਰ ਮਾਰਦੇ ਹਾਂ ਤਾਂ ਕਈ ਚੀਜ਼ਾਂ ਨਿਕਲ ਕੇ ਆਉਂਦੀਆਂ ਵੀ ਕਿ ਉਹ ਹਾਲਾਤ ਜਿਹੜੇ ਨੇ ਬਿਲਕੁਲ ਹੀ ਪ੍ਰਧਾਨ ਮੰਤਰੀ ਸ਼੍ਰੀ ਜੀ ਦੇ ਭਾਸ਼ਣ ਤੋਂ ਬਿਲਕੁਲ ਉਲਟ ਦਿਖਾਈ ਦਿੰਦੇ ਨੇ। ਕਿਉਂਕਿ ਸਾਲ 1947 ਦੇ ਵਿੱਚ ਭਾਰਤ ਆਜ਼ਾਦ ਹੋਇਆ ਸੀਗਾ, ਅਤੇ ਭਾਰਤ ਦੀ ਆਜ਼ਾਦੀ ਤੋਂ ਬਾਅਦ ਜੋ ਅੱਜ ਜਿਹੜਾ ਪਿੰਡ ਕਹਿ ਲਈਏ, ਸਾਡੇ ਸ਼ਹਿਰ ਕਹਿ ਲਈਏ, ਦੇਸ਼ ਜਿਨ੍ਹਾਂ ਹਾਲਾਤਾਂ 'ਚ ਖੜ੍ਹਾ ਹੈ,
ਤਾਂ ਉਹ 1947 ਤੋਂ ਲੈ ਕੇ ਅੱਜ ਤੱਕ 70 ਸਾਲਾਂ ਦੀ ਕਾਰਗੁਜ਼ਾਰੀ ਦੀ ਹੀ ਦੇਣ ਹੈ। ਵੀ ਕਿ ਉਦੋਂ ਤੋਂ ਹੀ ਜਿਹੜਾ ਹੈ, ਚਾਹੇ ਸਾਡੇ ਪਿੰਡ ਹੋਣ, ਚਾਹੇ ਸ਼ਹਿਰ ਹੋਣ, ਚਾਹੇ ਸਾਡੇ ਕੋਈ ਵੀ ਖੇਤਰ ਹੋਵੇ, ਖੇਤੀਬਾੜੀ ਖੇਤਰ ਹੈ, ਰੁਜ਼ਗਾਰ ਹੈ, ਸਨਅਤੀ ਖੇਤਰ ਹੈ, ਇਹਨਾਂ ਸਾਰੀ ਚੀਜ਼ਾਂ ਦੀ ਨੀਂਹ 1947 'ਚ ਆਜ਼ਾਦੀ ਤੋਂ ਬਾਅਦ ਹੀ ਰੱਖਣੀ ਸ਼ੁਰੂ ਹੋ ਗਈ ਸੀ। ਤਾਂ ਇਹ ਕਦੀ ਨਹੀਂ ਭੁਲਾਇਆ ਜਾ ਸਕਦਾ ਵੀ ਕਿ ਜਿਹੜਾ ਦੇਸ਼ ਆਜ਼ਾਦੀ ਤੋਂ ਬਾਅਦ ਜਿਹੜਾ ਹੈਗਾ ਉਹ ਹੌਲੀ ਹੌਲੀ ਕਰਦੇ ਹੋਏ ਜਿਹੜਾ ਹੈਗਾ ਉਹ ਹੁਣ ਤੱਕ ਪਹੁੰਚ ਸਕਿਆ। ਕਿਉਂਕਿ ਜੇ ਪੰਚਾਇਤੀ ਰਾਜ ਦਿਵਸ ਦੇ ਮੌਕੇ ਆਪਾਂ ਗੱਲ ਕਰ ਰਹੇ ਹਾਂ ਤਾਂ ਪੰਚਾਇਤੀ ਰਾਜ ਦੀ ਗੱਲ ਕਰੀਏ ਤਾਂ ਪੰਚਾਇਤਾਂ ਦੇ ਵਿਕਾਸ ਨੂੰ ਲੈ ਕੇ, ਪਿੰਡਾਂ ਦੇ ਵਿਕਾਸ ਨੂੰ ਲੈ ਕੇ ਵੀ ਕਈ ਕਮੇਟੀਆਂ ਸਾਡੇ ਦੇਸ਼ 'ਚ ਬਣੀਆਂ, ਜਿਨ੍ਹਾਂ ਵੱਲੋਂ ਕਈ ਤਰ੍ਹਾਂ ਦੇ ਸੁਝਾਅ ਦਿੱਤੇ ਗਏ। ਉਹਨਾਂ ਦੇ ਸੁਝਾਅ ਦੇ ਆਧਾਰ 'ਤੇ ਸਰਕਾਰਾਂ ਕੰਮ ਵੀ ਕਰਦੀਆਂ ਰਹੀਆਂ। ਜੇ ਸਭ ਤੋਂ ਪਹਿਲੀ ਕਮੇਟੀ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲੀ ਕਮੇਟੀ 1957 'ਚ ਬਣੀ ਸੀ। ਬਲਵੰਤ ਰਾਏ ਮਹਿਤਾ ਦੀ ਕਮੇਟੀ ਉਸਨੂੰ ਕਿਹਾ ਜਾਂਦਾ ਕਿਉਂਕਿ ਬਲਵੰਤ ਰਾਏ ਮਹਿਤਾ ਦੀ ਅਗਵਾਈ 'ਚ ਬਣੀ ਸੀ, ਤਾਂ ਇਸ ਨੂੰ ਕਮੇਟੀ ਦਾ ਨਾਮ ਹੀ ਬਲਵੰਤ ਰਾਏ ਮਹਿਤਾ ਕਮੇਟੀ ਕਿਹਾ ਜਾਂਦਾ। ਉਸ ਸਮੇਂ ਕਈ ਜਿਹੜਾ ਪਿੰਡਾਂ ਦੇ ਵਿਕਾਸ ਲਈ, ਪਿੰਡਾਂ ਦੀ ਤਰੱਕੀ ਲਈ ਕਈ ਤਰ੍ਹਾਂ ਦੇ ਫੈਸਲੇ ਲਏ ਗਏ, ਉਹਨਾਂ ਦੇ ਕੰਮ ਵੀ ਕੀਤਾ ਗਿਆ। ਅਤੇ ਜਦੋਂ 20 ਸਾਲ ਬਾਅਦ 1977 ਦੇ ਵਿੱਚ ਮੁੜ ਜਿਹੜਾ ਹੈਗਾ ਉਹਨਾਂ ਫੈਸਲਿਆਂ ਦਾ ਰਿਵਿਊ ਕੀਤਾ ਗਿਆ, ਉਹਨਾਂ ਬਾਰੇ ਗੱਲਬਾਤ ਕੀਤੀ ਗਈ, ਤਾਂ ਉਸ ਸਮੇਂ ਦੇਸ਼ ਦੇ ਵਿੱਚ ਜਨਤਾ ਪਾਰਟੀ ਦੀ ਜਿਹੜਾ ਹੈਗਾ ਸਰਕਾਰ ਚੱਲ ਰਹੀ ਸੀ। ਫਿਰ ਉਹਨਾਂ ਵੱਲੋਂ ਉਸ ਸਮੇਂ ਇੱਕ ਅਸ਼ੋਕ ਮਹਿਤਾ ਕਮੇਟੀ ਬਣਾ ਦਿੱਤੀ ਗਈ, ਜਿਸ ਵੱਲੋਂ ਕਈ ਹੋਰ ਤਬਦੀਲੀਆਂ ਕੀਤੀਆਂ ਗਈਆਂ, ਕਈ ਸੁਝਾਅ ਦਿੱਤੇ ਗਏ। ਉਹਨਾਂ ਦੇ ਸੁਝਾਵਾਂ 'ਚ ਜੇ ਗੱਲ ਕਰੀਏ ਤਾਂ ਉਹਨਾਂ ਨੇ ਦਲਿਤ ਅਤੇ ਕਬਾਇਲੀ ਲੋਕਾਂ ਨੂੰ ਜਿਹੜਾ ਹੈਗਾ ਚੋਣਾਂ ਦੇ ਵਿੱਚ ਆਬਾਦੀ ਦੇ ਅਨੁਸਾਰ ਜਿਹੜਾ ਹੈਗਾ ਹਿੱਸਾ ਲੈਣ 'ਤੇ ਜ਼ੋਰ ਦਿੱਤਾ। ਉਹਨਾਂ ਨੇ ਗੱਲਬਾਤ ਕੀਤੀ, ਉਸ ਨੂੰ ਲਾਗੂ ਵੀ ਕੀਤਾ ਗਿਆ। ਅਤੇ ਇਸ ਤਰ੍ਹਾਂ ਹੀ ਜਿਹੜਾ ਹੈਗਾ ਉਸ ਤੋਂ ਬਾਅਦ 1985 ਦੇ ਵਿੱਚ GVK ਰਾਓ ਕਮੇਟੀ ਬਣੀ, ਉਸ ਵੱਲੋਂ ਕਈ ਸੁਝਾਅ ਦਿੱਤੇ ਗਏ। ਅਤੇ 1986 ਦੇ ਵਿੱਚ LM ਸਿੰਧਵੀ ਦੀ ਪ੍ਰਧਾਨਗੀ ਹੇਠ ਇੱਕ ਕਮੇਟੀ ਬਣੀ, ਉਸ ਵੱਲੋਂ ਵੀ ਜਿਹੜਾ ਹੈਗਾ ਕਈ ਸੁਝਾਅ ਦਿੱਤੇ ਗਏ, ਜਿਸ 'ਚ ਮੁੱਖ ਤੌਰ 'ਤੇ ਕੇਂਦਰੀ ਤਾਕਤਾਂ ਦਾ ਜਿਹੜਾ ਹੈਗਾ ਵੰਡਣ 'ਤੇ ਜ਼ੋਰ ਦਿੱਤਾ ਗਿਆ। ਇਸ ਤਰ੍ਹਾਂ ਦੀ ਸਾਰੀ ਚੀਜ਼ਾਂ ਉਹਨਾਂ ਪਿਛਲੀਆਂ ਸਰਕਾਰਾਂ ਦੇ ਸਮੇਂ 'ਚ ਹੀ ਹੁੰਦਾ ਰਿਹਾ। ਅਤੇ ਉਸ ਤੋਂ ਬਾਅਦ ਸਾਲ 1992 ਦੇ ਵਿੱਚ ਸੰਵਿਧਾਨ 'ਚ 73ਵੀਂ ਸੋਧ ਹੁੰਦੀ ਹੈ। ਉਹ 73ਵੀਂ ਸੋਧ ਦੀ ਗੱਲ ਕਰੀਏ ਤਾਂ ਉਸ 73ਵੀਂ ਸੋਧ ਵਿੱਚ ਪੰਚਾਇਤੀ ਰਾਜ ਨੂੰ ਜਿਹੜਾ ਹੈਗਾ ਤਾਕਤਾਂ ਦਿੱਤੀਆਂ ਗਈਆਂ, ਗ੍ਰਾਮ ਸਭਾਵਾਂ ਨੂੰ ਜਿਹੜਾ ਹੈਗਾ ਮਜ਼ਬੂਤ ਕੀਤਾ ਗਿਆ। ਇਹ 73ਵੀਂ ਸੋਧ ਦੇ ਵਿੱਚੋਂ ਨਿਕਲ ਕੇ ਆਇਆ, ਜੋ ਕਿ 1992 ਦੇ ਵਿੱਚ ਹੋਈ ਸੀ। ਅਤੇ ਉਸ ਸਮੇਂ ਜਿਹੜਾ ਹੈਗਾ ਪੰਚਾਇਤੀ ਰਾਜ ਜਿਹੜਾ ਹੈਗਾ ਦੇਸ਼ 'ਚ ਸ਼ੁਰੂ ਹੋਇਆ ਸੀ। ਉਦੋਂ ਦੀ ਮਜ਼ਬੂਤੀ ਨਾਲ ਪੰਚਾਇਤੀ ਰਾਜ ਦੇਸ਼ 'ਚ ਚੱਲ ਰਿਹਾ। ਉਸੀ ਦੇ ਸਦਕਾ ਅੱਜ ਦੇਸ਼ ਦੇ ਵਿੱਚ ਪੰਚਾਇਤਾਂ ਦਾ ਵਿਕਾਸ ਅਤੇ ਤਰੱਕੀ ਦਾ ਕੰਮ ਹੋ ਰਿਹਾ। ਅਤੇ ਜਿਹੜਾ ਪੰਚਾਇਤਾਂ ਨੂੰ ਲੈ ਕੇ ਸਰਕਾਰਾਂ ਵੀ ਕੰਮ ਕਰ ਰਹੀਆਂ ਨੇ, ਉਹ ਵੀ ਪੰਚਾਇਤੀ ਰਾਜ ਅਧੀਨ ਹੀ ਹੋ ਰਹੀਆਂ। ਤਾਂ ਇਸ ਲਈ ਇਹ ਨਹੀਂ ਕਿਹਾ ਜਾ ਸਕਦਾ ਪਿਛਲੀਆਂ ਸਰਕਾਰਾਂ 'ਚ ਕੁਝ ਨਹੀਂ ਹੋਇਆ, ਇਹ ਸਾਡੀ ਹੀ ਸਰਕਾਰ ਨੇ ਜੋ ਕੀਤਾ ਸਭ ਕੁਝ ਕੀਤਾ। ਵੀ ਕਿ ਇਹ ਕਹਿਣਾ ਬਹੁਤ ਹੀ ਮੁਸ਼ਕਿਲ ਹੈ, ਕਿਉਂਕਿ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਕੇ ਹਟੇ ਹਾਂ ਵੀ ਕਿ 1947 'ਚ ਦੇਸ਼ ਆਜ਼ਾਦ ਹੋਇਆ ਤਾਂ ਦੇਸ਼ ਨੂੰ ਕਈ ਤਰ੍ਹਾਂ ਦੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਸੀ, ਕਈ ਤਰ੍ਹਾਂ ਦੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਅਤੇ ਉਸ ਦੇ ਬਾਵਜੂਦ ਜਿਹੜਾ ਹੈਗਾ ਦੇਸ਼ ਉਹਨਾਂ ਚੁਣੌਤੀਆਂ 'ਚੋਂ, ਉਹਨਾਂ ਮੁਸ਼ਕਿਲਾਂ 'ਚੋਂ ਨਿਕਲਦੇ ਹੋਏ ਅੱਜ ਸਾਡਾ ਭਾਰਤ ਦੇਸ਼ ਇੱਕ ਵਿਕਾਸਸ਼ੀਲ ਦੇਸ਼ ਬਣਿਆ ਹੋਇਆ, ਜੋ ਤਰੱਕੀ ਦੀ ਰਾਹ 'ਤੇ ਬਹੁਤ ਤੇਜ਼ੀ ਨਾਲ ਵੱਧ ਰਿਹਾ। ਅਤੇ ਇਸੇ ਦੌਰਾਨ ਜਿਹੜਾ ਹੈਗਾ ਪੰਚਾਇਤਾਂ ਦੇ ਵਿੱਚ ਚੋਣਾਂ ਲਈ ਵੀ ਜਿਹੜਾ ਹੈਗਾ ਗੱਲਬਾਤ ਕੀਤੀ ਗਈ ਵੀ ਚੋਣਾਂ ਨੂੰ ਜਿਹੜਾ ਹੈਗਾ ਸ਼ੁਰੂ ਕੀਤਾ ਜਾਵੇ। ਉਸ ਦੇ ਨਾਲ ਹੀ ਜਿਹੜਾ ਹੈਗਾ ਦੂਜੇ ਪਾਸੇ ਜਿਹੜਾ ਸੋਵੀਅਤ ਯੂਨੀਅਨ 'ਚ ਪੰਚਾਇਤਾਂ ਨੂੰ ਲੈ ਕੇ ਇੱਕ 7 ਸਾਲ ਦੀ ਪਲੈਨਿੰਗ ਕੀਤੀ ਜਾਂਦੀ ਸੀ, ਉਸ ਪਲੈਨਿੰਗ ਨੂੰ 7 ਸਾਲ ਤੋਂ ਘਟਾ ਕੇ ਜਿਹੜਾ ਹੈਗਾ 5 ਸਾਲ ਕੀਤਾ ਗਿਆ। 5 ਸਾਲ ਵੀ ਕਿਹਾ, ਹਰ 5 ਸਾਲਾਂ 'ਚ ਪਲੈਨਿੰਗ ਕੀਤੀ ਜਾਵੇਗੀ। ਉਸ ਤੋਂ ਬਾਅਦ ਉਸ ਬਾਰੇ ਗੱਲਬਾਤ ਹੋਵੇਗੀ। ਜਦੋਂ ਆਪਾਂ ਇਹਨਾਂ ਯੋਜਨਾਵਾਂ ਦੀ ਗੱਲ ਕਰਦੇ ਹਾਂ ਤਾਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਿਹੜੀ ਸਭ ਤੋਂ ਪਹਿਲੀ ਯੋਜਨਾ ਦੇਸ਼ ਲਈ ਤਿਆਰ ਕੀਤੀ ਗਈ ਸੀ, ਉਸ ਵਿੱਚ ਮੁੱਖ ਤੌਰ 'ਤੇ ਜਿਹੜਾ ਹੈਗਾ ਸਿੰਜਾਈ, ਊਰਜਾ, ਖੇਤੀ ਖੇਤਰ, ਇਹਨਾਂ ਨੂੰ ਮੁੱਖ ਰੱਖ ਕੇ ਜਿਹੜਾ ਹੈ ਕੰਮਕਾਰ ਕਰਨ 'ਤੇ ਜ਼ੋਰ ਦਿੱਤਾ ਗਿਆ ਸੀਗਾ। ਵੀ ਕਿ ਇਹ 5 ਸਾਲਾ ਯੋਜਨਾ ਸੀ, ਕਿਉਂਕਿ ਦੇਸ਼ ਦੇ ਵਿੱਚ ਸਿੰਜਾਈ ਲਈ, ਊਰਜਾ ਲਈ, ਖੇਤੀ ਖੇਤਰ ਲਈ ਕੰਮ ਕੀਤਾ ਜਾਵੇਗਾ, ਉਸ 'ਤੇ ਜ਼ੋਰ ਦਿੱਤਾ ਜਾਵੇਗਾ। ਅਤੇ ਉਸ ਸਮੇਂ 44% ਜਿਹੜਾ ਹੈਗਾ 44% ਜਿਹੜਾ ਸਿੰਜਾਈ, ਊਰਜਾ ਦੇ ਖੇਤਰ ਨਾਲ ਸੰਬੰਧਿਤ ਕੰਮਕਾਰ ਹੋਏ ਵੀ, ਸਾਰਾ ਕੁਝ ਹੋਇਆ। ਅਤੇ ਉਸ ਤੋਂ ਬਾਅਦ ਦੂਜੀ ਯੋਜਨਾ ਜਿਹੜੀ ਹੈਗੀ ਹੈ, ਉਸ ਦੂਜੀ ਯੋਜਨਾ ਦੇ ਵਿੱਚ ਸਨਅਤ 'ਤੇ ਜ਼ੋਰ ਦਿੱਤਾ ਗਿਆ ਕਿ ਸਨਅਤੀ ਖੇਤਰ ਨੂੰ ਪ੍ਰਫੁੱਲਿਤ ਕੀਤਾ ਜਾਵੇ, ਮਜ਼ਬੂਤ ਕੀਤਾ ਜਾਵੇ। ਫਿਰ ਦੇਸ਼ ਦੇ ਵਿੱਚ ਤੀਜੀ ਯੋਜਨਾ ਜਿਹੜੀ ਤਿਆਰ ਕੀਤੀ ਗਈ, ਉਹ ਬਹੁਤ ਹੀ ਇੱਕ ਮਹੱਤਵਪੂਰਨ ਯੋਜਨਾ ਸੀਗੀ। ਇਹ ਵੀ ਉਹਨਾਂ ਪਿਛਲੀਆਂ ਸਰਕਾਰਾਂ ਦੇ ਸਮੇਂ ਦੀ ਗੱਲ ਕਰ ਰਹੇ ਹਾਂ, ਜਿਨ੍ਹਾਂ ਸਰਕਾਰਾਂ ਨੂੰ ਅੱਜ ਪ੍ਰਧਾਨ ਮੰਤਰੀ ਜੀ ਕਹਿ ਰਹੇ ਨੇ ਵੀ ਕਿ ਉਦੋਂ ਕੋਈ ਕੰਮ ਨਹੀਂ ਹੋਇਆ।
ਵੀ ਕਿ ਉਹਦਾ ਤੀਜੀ ਯੋਜਨਾ ਬਹੁਤ ਹੀ ਮਹੱਤਵਪੂਰਨ ਸੀਗੀ, ਕਿਉਂਕਿ ਇਹ ਯੋਜਨਾ ਉਸ ਸਮੇਂ ਤਿਆਰ ਕੀਤੀ ਗਈ ਜਦੋਂ ਭਾਰਤ ਚੀਨ ਦਾ ਯੁੱਧ ਹੋ ਕੇ ਹਟਿਆ ਸੀਗਾ। ਉਸ ਸਮੇਂ ਇਹ ਯੋਜਨਾ ਹੋਈ ਤੇ ਉਸ ਸਮੇਂ ਜਿਹੜਾ ਹੈਗਾ ਜੰਗੀ ਤਿਆਰੀਆਂ ਤੇ ਖੇਤੀ ਖੇਤਰ ਤੇ ਜ਼ੋਰ ਦਿੱਤਾ ਗਿਆ ਵੀ ਕਿ ਦੇਸ਼ ਨੂੰ ਜੰਗਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ, ਤਾਂ ਉਸ ਨੂੰ ਧਿਆਨ 'ਚ ਰੱਖਦੇ ਇੱਕ ਰਣਨੀਤੀ ਤਿਆਰ ਕੀਤੀ ਜਾਵੇ ਤੇ ਦੁਬਾਰਾ ਉੱਥੇ ਜਿਹੜਾ ਹੈਗਾ ਖੇਤੀ ਖੇਤਰ ਨੂੰ ਮਜ਼ਬੂਤ ਕਰਨ ਦੀ ਤੇ ਜਿਹੜਾ ਹੈਗਾ ਜ਼ੋਰ ਦਿੱਤਾ ਗਿਆ। ਤੇ ਇਸ ਤਰ੍ਹਾਂ ਜਿਹੜਾ ਹੈਗਾ ਦੇਸ਼ ਹੌਲੀ ਹੌਲੀ ਵਿਕਾਸ ਤੇ ਤਰੱਕੀ ਦੇ ਰਾਹ ਤੇ ਵਧਿਆ। ਤੇ ਉਸੇ ਸਮੇਂ ਜਿਹੜਾ ਹੈਗਾ ਦੇਸ਼ ਦੇ ਵਿੱਚ ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼ ਦੇ ਵਿੱਚ ਹਰਾ ਇਨਕਲਾਬ, ਜਿਸ ਨੂੰ ਆਪਾਂ ਹਰਿਤ ਕ੍ਰਾਂਤੀ ਵੀ ਕਹਿ ਦਿੰਦੇ ਹਾਂ, ਗ੍ਰੀਨ ਰੈਵੋਲੂਸ਼ਨ ਵੀ ਕਹਿ ਦਿੰਦੇ ਹਾਂ, ਉਹ ਵੀ ਲਿਆਂਦੀ ਗਈ। ਤੇ ਉਸਨੇ ਜਿਹੜਾ ਹੈਗਾ ਇੱਕ ਮਹੱਤਵਪੂਰਨ ਯੋਗਦਾਨ ਜਿਹੜਾ ਹੈਗਾ ਦੇਸ਼ ਦੀ ਤਰੱਕੀ ਦੇ ਵਿੱਚ ਜਿਹੜਾ ਪਾਇਆ ਵੀ ਸੀਗਾ। ਪਰ ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਕੌਮੀ ਪੰਚਾਇਤੀ ਰਾਜ ਦਿਵਸ 'ਤੇ ਜਿਹੜਾ ਹੈਗਾ ਸੰਬੋਧਨ ਕਰਦੇ ਕਹਿ ਰਹੇ ਨੇ ਵੀ ਕਿ ਪਿਛਲੀ ਕਾਂਗਰਸ ਸਰਕਾਰਾਂ ਨੇ ਬਿਲਕੁਲ ਹੀ ਪਿੰਡਾਂ ਨੂੰ ਅਣਗੌਲਿਆ ਕੀਤਾ, ਸਾਡੀ ਹੀ ਸਰਕਾਰ ਨੇ ਜਿਹੜਾ ਹੈਗਾ ਪਿੰਡਾਂ ਲਈ ਕੰਮ ਕੀਤਾ। ਤੇ ਉਹਨਾਂ ਭਾਵੇਂ ਉਹ ਡਿਜੀਟਲ ਦੀ ਗੱਲ ਕਰ ਰਹੇ ਹੋਣ, ਚਾਹੇ ਉਹ ਬੈਂਕ ਖਾਤੇ ਖੋਲ੍ਹਣ ਦੀ ਗੱਲ ਕਰ ਰਹੇ ਹੋਣ, ਤੇ ਪਰ ਇਸ ਤੋਂ ਇਲਾਵਾ ਜਿਹੜਾ ਹੈਗਾ ਇੱਕ ਚੀਜ਼ ਮੰਨਣ ਵਾਲੀ ਵੀ ਹੈ, ਮੌਜੂਦਾ ਸਰਕਾਰ ਦੇ ਸਮੇਂ ਜਿਹੜਾ ਸਰਕਾਰ ਨੇ ਜਿਹੜਾ ਹੈਗਾ ਟੋਇਲਟ ਸ਼ੌਚਾਲੇ ਬਣਾਉਣ ਲਈ ਇੱਕ ਮੁਹਿੰਮ ਚਲਾਈ ਗਈ। ਉਸ ਦਾ ਜ਼ਰੂਰ ਇੱਕ ਪੋਜ਼ੀਟਿਵ ਨਤੀਜੇ ਜਿਹੜੇ ਸਾਹਮਣੇ ਆਏ ਵੀ ਕਿ ਪੰਚਾਇਤਾਂ ਦੇ ਪਿੰਡਾਂ ਦੇ ਵਿੱਚ ਜਿਹੜਾ ਅਕਸਰ ਹੀ ਦੇਖਦੇ ਸੀ ਵੀ ਕਿ ਸ਼ੌਚਾਲੇ ਨਾ ਹੋਣ ਕਰਕੇ ਔਰਤਾਂ ਨੂੰ ਵੀ ਖੁੱਲ੍ਹੇ ਦੇ ਵਿੱਚ ਜਾ ਕੇ ਜਿਹੜਾ ਸ਼ੌਚ ਕਰਨਾ ਪੈਂਦਾ ਸੀ ਤੇ ਉਸ 'ਚ ਬਹੁਤ ਤਰ੍ਹਾਂ ਦੀ ਦਿੱਕਤਾਂ ਆਉਂਦੀਆਂ ਸੀ, ਕਈ ਤਰ੍ਹਾਂ ਦੀ ਬਿਮਾਰੀਆਂ ਦਾ ਵੀ ਸਾਹਮਣਾ ਕਰਨਾ ਪੈ ਜਾਂਦਾ ਸੀਗਾ। ਵੀ ਕਿ ਜਦੋਂ ਇਸ ਸਰਕਾਰ ਦੇ ਰਾਜ ਦੇ ਵਿੱਚ ਘਰ ਘਰ ਜਿਹੜਾ ਹੈਗਾ ਇਹ ਸ਼ੌਚਾਲੇ ਬਣਾਏ ਗਏ, ਇਹ ਇੱਕ ਸਰਕਾਰ ਦਾ ਬਹੁਤ ਸ਼ਲਾਘਾਯੋਗ ਕੰਮ ਹੈ। ਇਸ ਤੋਂ ਇਲਾਵਾ ਜੇ ਆਪਾਂ ਪਿੰਡਾਂ ਦੇ ਵਿਕਾਸ ਤਰੱਕੀ ਦੀ ਗੱਲ ਕਰਦੇ ਹਾਂ ਤਾਂ ਕੋਈ ਬਹੁਤੇ ਕੰਮ ਹੋਏ ਦਿਖਾਈ ਨਹੀਂ ਦਿੰਦੇ, ਕਿਉਂਕਿ ਅੱਜ ਵੀ ਪਿੰਡਾਂ ਦੇ ਹਾਲਾਤ ਬਹੁਤ ਮਾੜੇ ਨੇ। ਜਿਹੜੇ ਪੰਚਾਇਤੀ ਰਾਜ ਦੀ ਆਪਾਂ ਗੱਲ ਕਰ ਰਹੇ ਹਾਂ, ਪਿੰਡਾਂ 'ਚ ਅੱਜ ਵੀ ਕੋਈ ਦੇਸ਼ ਭਰ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਕੋਈ ਗ੍ਰਾਮ ਸਭਾਵਾਂ ਉਸ ਹਿਸਾਬ ਸਿਰ ਹੁੰਦੀਆਂ ਨਹੀਂ ਦਿਖਾਈ ਦਿੰਦੀਆਂ ਜਿਵੇਂ ਹੋਣੀਆਂ ਚਾਹੀਦੀਆਂ। ਗ੍ਰਾਮ ਸਭਾਵਾਂ ਦਾ ਸਿਸਟਮ ਹਾਲੇ ਤੱਕ ਦੇਸ਼ 'ਚ ਲਾਗੂ ਨਹੀਂ ਹੋ ਸਕਿਆ। ਪਿੰਡਾਂ ਦੇ ਵਿਕਾਸ ਸਾਰੀਆਂ ਸਰਕਾਰਾਂ, ਸਾਰੀ ਰਾਜਨੀਤਿਕ ਪਾਰਟੀਆਂ ਕਰਦੀਆਂ ਰਹੀਆਂ ਵੀ ਪਿੰਡਾਂ ਦਾ ਵਿਕਾਸ ਜਿਹੜਾ ਸ਼ਹਿਰਾਂ ਦੀ ਤਰਜ਼ 'ਤੇ ਕੀਤਾ ਜਾਵੇਗਾ, ਪਿੰਡਾਂ ਨੂੰ ਵੀ ਸ਼ਹਿਰਾਂ ਦੀ ਤਰਜ਼ 'ਤੇ ਜਿਹੜਾ ਹੈਗਾ ਵਿਕਸਿਤ ਕੀਤਾ ਜਾਵੇਗਾ, ਪਰ ਇਹ ਵੀ ਕੋਈ ਹੁੰਦਾ ਦਿਖਾਈ ਨਹੀਂ ਦਿੱਤਾ। ਅੱਜ ਵੀ ਦੇਸ਼ ਦੇ ਵਿੱਚ ਜੇਕਰ ਆਪਾਂ ਦੌਰਾ ਕਰਨ ਨਿਕਲੀਏ ਦੇਸ਼ ਦੇ ਸਾਰੇ ਪਿੰਡਾਂ ਦਾ, ਕਿਉਂਕਿ ਭਾਰਤ ਦੇਸ਼ 'ਚ ਕੋਈ 6 ਲੱਖ ਤੋਂ ਵੱਧ ਪਿੰਡ ਨੇ, 750 ਤੋਂ ਵੱਧ ਜ਼ਿਲ੍ਹੇ ਨੇ, ਤਾਂ ਉੱਥੇ ਆਪਾਂ ਜਾ ਕੇ ਦੇਖੀਏ ਤਾਂ ਅੱਜ ਵੀ ਵੱਡੀ ਗਿਣਤੀ 'ਚ ਪਿੰਡ ਇਹੋ ਜਿਹੇ ਹੋ ਸਕਦੇ ਨੇ ਜਿੱਥੇ ਕਿ ਬਿਜਲੀ ਨਾ ਪਹੁੰਚਦੀ ਹੋਵੇ, ਜਿੱਥੇ ਪੀਣ ਵਾਲਾ ਪਾਣੀ ਨਾ ਪਹੁੰਚਦਾ ਹੋਵੇ। ਇਹੋ ਜਿਹੇ ਵਧੇਰੇ ਪਿੰਡ ਮਿਲ ਜਾਣਗੇ, ਕਿਉਂਕਿ ਚਾਹੇ ਉੱਥੇ ਕੋਈ ਨਾ ਕੋਈ ਕਾਰਨ ਬਣ ਜਾਂਦੇ ਨੇ, ਕਿੱਥੇ ਲਾਲ ਡੋਰਾ ਸਿਸਟਮ ਕਹਿ ਦਿੰਦੇ ਆ, ਕਿੱਥੇ ਸਰਕਾਰਾਂ ਦੀ ਪਹੁੰਚ ਤੋਂ ਬਾਹਰ ਕਹਿ ਦਿੰਦੇ ਆ। ਤਾਂ ਇਹਨਾਂ ਕਈ ਤਰ੍ਹਾਂ ਦੀ ਸਮੱਸਿਆਵਾਂ ਦੇ ਵਿੱਚ ਅੱਜ ਵੀ ਪਿੰਡਾਂ ਨੂੰ ਜਿਹੜਾ ਹੈਗਾ ਕਈ ਤਰ੍ਹਾਂ ਦੀ ਪਿੰਡਾਂ ਦੇ ਲੋਕਾਂ ਨੂੰ ਕਈ ਤਰ੍ਹਾਂ ਦੀ ਦਿੱਕਤਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ, ਜੋ ਕਿ ਸਾਡੀਆਂ ਸਰਕਾਰਾਂ ਉਹਨਾਂ ਨੂੰ ਦੂਰ ਕਰਨ 'ਚ ਜਿਹੜਾ ਕਾਮਯਾਬ ਨਹੀਂ ਹੋ ਪਾ ਰਹੀਆਂ। ਪਿੰਡਾਂ ਦੇ ਲੋਕਾਂ ਨੂੰ ਉਸ ਹਿਸਾਬ 'ਚ ਰੁਜ਼ਗਾਰ ਨਹੀਂ ਮਿਲ ਪਾਉਂਦਾ ਜਿਵੇਂ ਮਿਲਣਾ ਚਾਹੀਦਾ। ਉੱਥੇ ਦੇ ਲੋਕਾਂ ਨੂੰ ਉਸ ਤਰ੍ਹਾਂ ਦੀ ਐਜੂਕੇਸ਼ਨ ਨਹੀਂ ਮਿਲ ਪਾਉਂਦੀ ਬੱਚਿਆਂ ਨੂੰ ਜਿਸ ਤਰ੍ਹਾਂ ਦੀ ਮਿਲਣੀ ਚਾਹੀਦੀ ਹੈ, ਉਸ ਤਰ੍ਹਾਂ ਦੀ ਸਿਹਤ ਸਹੂਲਤਾਂ ਨਹੀਂ ਮਿਲ ਪਾਉਂਦੀਆਂ ਜਿਵੇਂ ਦੀਆਂ ਮਿਲਣੀਆਂ ਚਾਹੀਦੀਆਂ। ਕਿਉਂਕਿ ਜੇ ਦੇਖੀਏ ਤਾਂ ਪਿੰਡਾਂ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਕੋਈ ਹਸਪਤਾਲ ਤਾਂ ਹੈ ਨਹੀਂ, ਡਿਸਪੈਂਸਰੀਆਂ ਭਾਵੇਂ ਉਹ ਵੀ ਪਰ ਕੰਮਕਾਰ ਇਹੋ ਜਿਹੀ ਕਰਦੀਆਂ ਨੇ, ਤਾਂ ਉਹਨਾਂ ਨੂੰ ਰਾਤ ਸਵੇਰੇ ਜੇਕਰ ਐਮਰਜੈਂਸੀ ਲੋੜ ਪੈਂਦੀ ਹੈ ਤਾਂ ਜਾਂ ਤਾਂ ਸ਼ਹਿਰਾਂ ਵੱਲ ਭੱਜਣਾ ਪੈਂਦਾ ਜਾਂ ਕੋਈ ਨੇੜੇ ਤੇੜੇ ਛੋਟੇ ਜਿਹੜੇ ਹਸਪਤਾਲ ਬਣੇ ਹੁੰਦੇ ਨੇ ਉਹਨਾਂ ਵਿੱਚ ਜਾ ਕੇ ਇਲਾਜ ਕਰਵਾਉਣਾ ਪੈਂਦਾ। ਪਰ ਉਹਨਾਂ ਨੂੰ ਸਮੇਂ ਸਿਰ ਜਿਹੜਾ ਇੱਕ ਸਹੀ ਇਲਾਜ ਨਾ ਮਿਲਣ ਕਰਕੇ ਕਈ ਤਰ੍ਹਾਂ ਦੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ। ਅਤੇ ਹੋਰ ਵੀ ਜਿਹੜਾ ਪਿੰਡਾਂ ਦੇ ਲੋਕਾਂ ਨੂੰ ਜਿਹੜਾ ਹੈਗਾ ਰੁਜ਼ਗਾਰ ਨੂੰ ਲੈ ਕੇ ਇੱਕ ਵੱਡੀ ਸਮੱਸਿਆ ਹੁੰਦੀ ਹੈ। ਜੇ ਪਿੰਡਾਂ ਦੇ ਆਪਾਂ ਅਕਸਰ ਹੀ ਦੇਖਦੇ ਹਾਂ ਵੀ ਕਿ ਪਿੰਡਾਂ ਦੇ ਜਿੰਨੇ ਵੀ ਨੌਜਵਾਨ ਨੇ ਉਹ ਬਹੁਤ ਸਿੱਖਿਅਤ ਨਹੀਂ ਹੁੰਦੇ, ਕਿਉਂਕਿ ਉਹਨਾਂ ਨੂੰ ਸਿੱਖਿਆ ਹਾਸਲ ਕਰਨ ਲਈ ਪਿੰਡ ਤੋਂ ਬਾਹਰ ਜਾਣਾ ਪੈਂਦਾ। ਵਿਸ਼ੇਸ਼ ਤੌਰ 'ਤੇ ਗੱਲ ਕਰੀਏ ਉੱਥੇ ਦੀ ਲੜਕੀਆਂ ਦੀ, ਮੁਟਿਆਰਾਂ ਦੀ, ਤਾਂ ਉਹਨਾਂ ਨੂੰ ਮਾਪੇ ਜਿਹੜੇ ਨੇ ਦੂਰ ਭੇਜਣਾ ਨਹੀਂ ਚਾਹੁੰਦੇ, ਤਾਂ ਇਸ ਤਰ੍ਹਾਂ ਦੀ ਵੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ। ਪਰ ਅੱਜ ਲੋੜ ਇਹੀ ਹੈ ਵੀ ਕਿ ਪਿੰਡਾਂ ਦਾ ਵਿਕਾਸ ਜਿਹੜਾ ਹੋਣਾ ਚਾਹੀਦਾ, ਕਿਉਂਕਿ ਸਾਡੇ ਦੇਸ਼ ਦੇ ਜਿਹੜੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਵੀ ਇਹੀ ਗੱਲ ਕਹਿੰਦੇ ਸੀ ਵੀ ਕਿ ਭਾਰਤ ਦੇਸ਼ ਜਿਹੜਾ ਹੈਗਾ ਸ਼ਹਿਰਾਂ ਨਾਲੋਂ ਵੱਧ ਪਿੰਡਾਂ 'ਚ ਵਸਦਾ ਹੈ। ਦੇਸ਼ ਦੀ ਆਤਮਾ ਜਿਹੜੀ ਹੈਗੀ ਪਿੰਡਾਂ 'ਚ ਵਸਦੀ ਹੈ, ਇਸ ਲਈ ਪਿੰਡਾਂ ਦੀ ਤਰੱਕੀ, ਪਿੰਡਾਂ ਦਾ ਵਿਕਾਸ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਲੋੜ ਹੈ ਅੱਜ ਸਾਡੀ ਵੱਡੀ ਗਿਣਤੀ 'ਚ ਲੋਕ, ਸ਼ਹਿਰਾਂ ਨਾਲੋਂ ਵੱਧ ਲੋਕ ਪਿੰਡਾਂ 'ਚ ਰਹਿੰਦੇ ਨੇ, ਕਿ ਪਿੰਡਾਂ ਦਾ ਵਿਕਾਸ ਹੋਣਾ ਚਾਹੀਦਾ, ਪਿੰਡਾਂ ਦੀ ਤਰੱਕੀ ਹੋਣੀ ਚਾਹੀਦੀ ਹੈ, ਤਾਂ ਜੋ ਜਿਹੜਾ ਹੈਗਾ ਦੇਸ਼ ਤਰੱਕੀ ਕਰ ਸਕੇ, ਦੇਸ਼ ਤਰੱਕੀ ਦੇ ਰਾਹ 'ਤੇ ਅੱਗੇ ਵੱਧ ਸਕੇ। ਅਤੇ ਇਸ ਲਈ ਲੋੜ ਹੈ ਸਾਡੀ ਸਰਕਾਰ ਭਾਵੇਂ ਅੱਜ ਦਾਅਵਾ ਕਰ ਰਹੀ ਹੈ ਵੀ ਕਿ ਅਸੀਂ ਵਿਕਾਸ ਬਹੁਤ ਕੀਤਾ, ਪਰ ਹਲੇ ਵੀ
ਵਿਕਾਸ ਹੋਣ ਦੀ ਬਹੁਤ ਲੋੜ ਹੈ। ਪਿੰਡਾਂ ਦੇ ਵਿਕਾਸ ਨੂੰ ਲੈ ਕੇ ਕਈ ਤਰ੍ਹਾਂ ਦੀ ਪਲੈਨਿੰਗਾਂ ਕੀਤੀਆਂ ਜਾਣੀਆਂ ਚਾਹੀਦੀਆਂ, ਕਿਉਂਕਿ ਜਿਵੇਂ ਆਪਾਂ ਦੇਖਦੇ ਹਾਂ, ਗੱਲ ਕਰਦੇ ਹਾਂ, ਤਾਂ ਆਪਾਂ ਜਿੱਥੇ ਬੈਠੇ ਹਾਂ, ਚੰਡੀਗੜ੍ਹ 'ਚ ਬੈਠੇ ਗੱਲ ਕਰ ਰਹੇ, ਤਾਂ ਚੰਡੀਗੜ੍ਹ ਦੇ ਵਿੱਚ ਵੀ ਇੱਕ ਪਿੰਡ ਇਹੋ ਜਿਹਾ ਜਿੱਥੇ ਜ਼ਿਆਦਾਤਰ ਵਸੋਂ ਭਾਵੇਂ ਲਾਲ ਡੋਰੇ ਤੋਂ ਬਾਹਰ ਹੈ। ਲਾਲ ਡੋਰੇ ਤੋਂ ਬਾਹਰ ਹੋਣ ਕਰਕੇ ਉੱਥੇ ਦੇ ਲੋਕਾਂ ਨੂੰ ਪੀਣ ਨੂੰ ਪਾਣੀ ਨਹੀਂ ਮਿਲ ਪਾਉਂਦਾ। ਅੱਜ ਵੀ ਉੱਥੇ 70% ਘਰ ਇਹੋ ਜਿਹੇ ਨੇ ਜਿੱਥੇ ਕਿ ਪਾਣੀ ਨਹੀਂ ਪਹੁੰਚਦਾ। ਲੋਕਾਂ ਨੂੰ ਆਰਜੀ ਤੌਰ 'ਤੇ ਉੱਥੇ ਜਿਹੜਾ ਹੈਗਾ ਭਾਂਡੇ ਭਰ ਕੇ, ਬਾਲਟੀਆਂ ਭਰ ਕੇ ਜਿਹੜਾ ਪਾਣੀ ਲਿਆਉਣਾ ਪੈਂਦਾ। ਜਦੋਂ ਇਹੋ ਜਿਹਾ ਗੱਲ ਅਸੀਂ ਇੱਕ ਸਮਾਰਟ ਸਿਟੀ ਦੀ ਗੱਲ ਕਰਦੇ ਹਾਂ, ਇੱਕ ਸਿਟੀ ਬਿਊਟੀਫੁਲ ਦੀ ਗੱਲ ਕਰਦੇ ਹਾਂ, ਤਾਂ ਬਹੁਤ ਦੇਸ਼ ਦੇ ਵਿੱਚ, ਸੂਬਿਆਂ ਦੇ ਵਿੱਚ ਹਾਲਾਤ ਹੋਰ ਵੀ ਮਾੜੇ ਨੇ। ਤਾਂ ਸਾਡੀਆਂ ਸਰਕਾਰਾਂ ਨੂੰ ਚਾਹੀਦਾ ਇਸ ਪਾਸੇ ਧਿਆਨ ਦੇਣ, ਤਾਂ ਜੋ ਜਿਹੜਾ ਲੋਕਾਂ ਨੂੰ ਇਸ ਤਰ੍ਹਾਂ ਦੀ ਸਮੱਸਿਆਵਾਂ ਤੋਂ ਬਾਹਰ ਜਿਹੜਾ ਕੱਢਿਆ ਜਾ ਸਕੇ। ਉੱਥੇ ਦੇ ਲੋਕਾਂ ਨੂੰ ਸਿਹਤ ਸਹੂਲਤਾਵਾਂ, ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਿਆ ਜਾਵੇ। ਅਤੇ ਇਸ ਦੇ ਨਾਲ ਹੀ ਮੁੱਖ ਤੌਰ 'ਤੇ ਦੇਖੀਏ ਤਾਂ ਉੱਥੇ ਦੇ ਲੋਕਾਂ ਨੂੰ ਜਿਹੜਾ ਹੈਗਾ ਰੁਜ਼ਗਾਰ ਦਿੱਤਾ ਜਾਵੇ, ਰੁਜ਼ਗਾਰ ਦੇ ਸਾਧਨ ਮੁਹੱਈਆ ਕਰਵਾਏ ਜਾਣ। ਪਰ ਪਿੰਡਾਂ ਦੇ ਲੋਕ ਹੱਥੀਂ ਕੰਮ ਕਰਨ ਲਈ ਬਹੁਤ ਹੀ ਜਿਹੜਾ ਹੈਗਾ ਮਾਹਰ ਹੁੰਦੇ ਨੇ, ਤਾਂ ਉੱਥੇ ਹੱਥੀਂ ਕੰਮ ਨੂੰ ਜ਼ਿਆਦਾ ਪ੍ਰਫੁੱਲਿਤ ਕਰਨਾ ਚਾਹੀਦਾ। ਇਸ ਲਈ ਸਰਕਾਰਾਂ ਨੂੰ ਚਾਹੀਦਾ ਉਹ ਯੋਜਨਾ ਬਣਾਉਣ। ਭਾਵੇਂ ਕਿ ਸਰਕਾਰਾਂ ਕਹਿੰਦੀਆਂ ਨੇ ਵੀ ਕਿ ਉਹਨਾਂ ਕੋਲ ਯੋਜਨਾ ਹੈਗੀਆਂ ਨੇ ਜੋ ਚੱਲ ਰਹੀਆਂ ਨੇ, ਪਰ ਉਹ ਇੰਨੀ ਕੁ ਮੁਸ਼ਕਲ ਨੇ, ਇੰਨੀ ਕੁ ਉਹ ਜਿਹੜਾ ਕਹਿ ਦਈਏ ਵੀ ਕਿ ਗੁੰਝਲਦਾਰ ਨੇ, ਜੋ ਇੱਕ ਘੱਟ ਪੜ੍ਹੇ ਲਿਖੇ ਵਿਅਕਤੀ ਲਈ ਸਮਝਣਾ ਅਤੇ ਉਸ ਨੂੰ ਜਿਹੜਾ ਹੈਗਾ ਕਾਗਜ਼ ਪੱਤਰੀ ਤੌਰ 'ਤੇ ਪੂਰਾ ਕਰਨਾ ਬਹੁਤ ਹੀ ਮੁਸ਼ਕਲ ਹੈ। ਇਸ ਲਈ ਲੋੜ ਹੈ ਵੀ ਕਿ ਸਰਕਾਰ ਜਿਹੜੀ ਸਹੂਲਤਾਂ ਪਿੰਡਾਂ ਲਈ ਵਿਸ਼ੇਸ਼ ਤੌਰ 'ਤੇ ਦੇ ਰਹੀ ਹੈ, ਤਾਂ ਉਹਨਾਂ ਨੂੰ ਇੰਨਾ ਗੁੰਝਲਦਾਰ ਕਰਨ ਦੀ ਥਾਂ 'ਤੇ ਆਸਾਨ ਕੀਤਾ ਜਾਵੇ, ਤਾਂ ਜੋ ਇੱਕ ਘੱਟ ਪੜ੍ਹਿਆ ਲਿਖੇ ਲੋਕ ਵੀ ਜਿਹੜੇ ਨੇ ਉਹਨਾਂ ਨੂੰ ਸਮਝ ਸਕਣ ਅਤੇ ਉਸ ਦਾ ਲਾਭ ਲੈ ਸਕਣ। ਅਤੇ ਸਾਡੀ ਸਰਕਾਰ ਨੂੰ ਚਾਹੀਦਾ ਹੈ ਵੀ ਕਿ ਪਿੰਡਾਂ ਵੱਲ ਧਿਆਨ ਦੇਵੇ, ਤਾਂ ਜੋ ਪਿੰਡਾਂ ਦਾ ਵਿਕਾਸ ਹੋ ਸਕੇ, ਪਿੰਡਾਂ ਦੇ ਲੋਕਾਂ ਦੀ ਤਰੱਕੀ ਜਿਹੜੀ ਹੈਗੀ ਆ ਹੋ ਸਕੇ। ਦੇਖਣਾ ਹੋਵੇਗਾ ਸਰਕਾਰ ਕਿਸ ਤਰ੍ਹਾਂ ਦੇ ਫੈਸਲੇ ਲੈਂਦੀ ਹੈ। ਪਰ ਅੱਜ ਕੌਮੀ ਪੰਚਾਇਤੀ ਰਾਜ ਦਿਵਸ 'ਤੇ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦਾਅਵੇ ਤਾਂ ਬਹੁਤ ਕਰ ਰਹੇ ਨੇ, ਪਰ ਅਸੀਂ ਚਾਹਾਂਗੇ ਦਾਅਵਿਆਂ ਦੇ ਨਾਲ ਨਾਲ ਉਹਨਾਂ 'ਚੋਂ ਕੁਝ ਹਿੱਸਾ ਹੀ ਜੇ ਹਕੀਕਤ ਦੇ ਵਿੱਚ ਲਾਗੂ ਹੋ ਜਾਏ, ਉਸ ਨੂੰ ਇੰਪਲੀਮੈਂਟ ਕਰ ਦਿੱਤਾ ਜਾਵੇ, ਤਾਂ ਬਹੁਤ ਹੀ ਪਿੰਡਾਂ ਦਾ ਵਿਕਾਸ ਹੋ ਸਕਦਾ, ਪਿੰਡ ਤਰੱਕੀ ਦੇ ਰਾਹ 'ਤੇ ਅੱਗੇ ਵੱਧ ਸਕਦੇ ਨੇ। ਅਤੇ ਪੰਜਾਬੀ ਟ੍ਰਿਬਿਊਨ ਤੁਹਾਡੇ ਤੱਕ ਇਸ ਤਰ੍ਹਾਂ ਦੇ ਜਨਤਕ ਮੁੱਦਿਆਂ ਨੂੰ, ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮੇਂ-ਸਮੇਂ 'ਤੇ ਉਭਾਰਦਾ ਰਹੇਗਾ, ਤੁਹਾਡੇ ਅੱਗੇ ਰੱਖਦਾ ਰਹੇਗਾ। ਅਤੇ ਕੱਲ੍ਹ ਨੂੰ ਫਿਰ ਇਸੇ ਸਮੇਂ ਇੱਕ ਨਵੇਂ ਮੁੱਦੇ 'ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।